ਲੁਧਿਆਣਾ ਵਿੱਚ ਅੱਜ ਕਾਂਗਰਸ ਦੇ ਐਮਪੀ ਅਤੇ ਕੌਮੀ ਬੁਲਾਰੇ ਮਨੀਸ਼ ਤਿਵਾੜੀ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ। ਇਸ ਦੌਰਾਨ ਉਹਨਾਂ ਕਿਹਾ ਕਿ ਪੰਜਾਬ ਦੇ ਵਿੱਚ ਮਜ਼ਬੂਤ ਸਰਕਾਰ ਦੀ ਲੋੜ ਹੈ। ਮਨੀਸ਼ ਤਿਵਾੜੀ ਨੇ ਕਿਹਾ, ਆਮ ਆਦਮੀ ਪਾਰਟੀ ਨੂੰ ਤਾਂ ਪੰਜਾਬ ਨੂੰ ਸਮਝਣ 'ਚ ਹੀ 5 ਸਾਲ ਲੱਗ ਜਾਣਗੇ। ਇਸ ਦੌਰਾਨ ਜਦੋਂ ਸਵਾਲ ਕੀਤਾ ਗਿਆ ਕਿ ਕਾਂਗਰਸ ਦੇ ਲੀਡਰਸ਼ਿਪ ਸਿਰਫ ਚੰਨੀ ਸਰਕਾਰ ਦੇ ਕਾਰਜਕਾਲ ਦੀ ਹੀ ਪ੍ਰਚਾਰ ਕਰ ਰਹੇ ਹਨ, ਤਾਂ ਉਹਨਾਂ ਕਿਹਾ ਕਿ ਮੈਂ ਇਹ ਮੰਨਦਾ ਹਾਂ, ਕਾਂਗਰਸ ਦੀ ਸਰਕਾਰ ਪੂਰੇ 5 ਸਾਲ ਰਹੀ ਹੈ। ਜੇਕਰ ਅਸੀਂ ਸਿਰਫ 3 ਮਹੀਨੇ ਦੀ ਗੱਲ ਕਰਾਂਗੇ ਤਾਂ 5 ਸਾਲ ਦੇ ਕੰਮਾਂ ਦੀ ਨਜ਼ਰ ਅੰਦਾਜ਼ੀ ਹੋਵੇਗੀ। ਹਿੰਦੂ ਸਿੱਖ ਮਾਮਲੇ ਨੂੰ ਲੈ ਕੇ ਉਹਨਾਂ ਕਿਹਾ ਕਿ ਹਿੰਦੂ ਲੀਡਰ ਦਾ ਮੁੱਦਾ ਕੋਈ ਨਹੀਂ ਹੈ। ਜੋ ਹਿੰਦੂ ਸਿੱਖ ਦੀ ਗੱਲ ਕਰਦੇ ਨੇ ਉਹ ISI ਦੇ ਹੱਥਾਂ 'ਚ ਖੇਡ ਰਹੇ ਨੇ। ਮਨੀਸ਼ ਤਿਵਾੜੀ ਨੇ ਇਹ ਵੀ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਉਹਨਾਂ ਦੀਆਂ ਨਜ਼ਦੀਕੀਆਂ ਹਨ, ਉਹ ਅੱਜ ਵੀ ਕੈਪਟਨ ਨੂੰ ਮਿਲਦੇ ਹਨ। ਫਾਇਰ ਨਿਊਜ਼ ਲੁਧਿਆਣਾ ਤੋਂ ਟਿੰਕਾ ਦੀ ਰਿਪੋਰਟ। 20 ਫਰਵਰੀ ਨੂੰ ਪੰਜਾਬ ਦੇ ਵਿੱਚ ਚੋਣਾਂ ਹੋਣ ਜਾ ਰਹੀਆਂ ਨੇ। ਪੰਜਾਬ ਨੇ ਆਪਣੀ ਨਵੀਂ ਸਰਕਾਰ ਦਾ ਫੈਸਲਾ ਕਰਨਾ ਹੈ ਔਰ ਹਰ ਚੋਣ ਬਹੁਤ ਹੀ ਅਹਿਮ ਹੁੰਦੀ ਹੈਗੀ ਹੈ, ਪਰ ਜਿਸ ਵੱਡੇ ਸੰਘਰਸ਼ 'ਚੋਂ ਪੰਜਾਬ ਪਿਛਲੇ ਦਿਨਾਂ ਨਿਕਲਿਆ ਹੈਗਾ, ਇਹ ਚੋਣ ਹੋਰ ਵੀ ਅਹਿਮ ਹੋ ਜਾਂਦੀ ਹੈ। ਪੰਜਾਬ ਦੀ 1966 ਦੇ ਵਿੱਚ ਸੰਰਚਨਾ ਹੋਈ ਸੀਗੀ ਔਰ 1967 'ਚ ਪੰਜਾਬ 'ਚ ਪਹਿਲੀ ਚੋਣ ਹੋਈ ਸੀ ਔਰ 1967 ਦੀ ਚੋਣ ਨੂੰ ਛੱਡ ਕੇ 72 ਦੀ ਚੋਣ ਤੋਂ ਲੈ ਕੇ 2017 ਤੱਕ ਪੰਜਾਬ ਨੇ ਹਰ ਵਾਰੀ ਬੜਾ ਸਾਫ਼ ਫੈਸਲਾ ਦਿੱਤਾ ਹੈ ਜਿਹਦੀ ਵੀ ਸਰਕਾਰ ਬਣਾਈ ਹੈਗੀ। 1967 ਤੋਂ ਲੈ ਕੇ 2017 ਤੱਕ ਪੰਜਾਬ ਦੇ ਵਿੱਚ ਸਿੱਧਾ ਮੁਕਾਬਲਾ ਰਿਹਾ ਕਾਂਗਰਸ ਔਰ ਅਕਾਲੀ ਦਲ ਦਾ, ਔਰ ਫਿਰ ਜਦੋਂ ਭਾਜਪਾ ਦਾ ਗਠਬੰਧਨ ਹੋ ਗਿਆ ਅਕਾਲੀ ਦਲ ਨਾਲ, ਕਾਂਗਰਸ ਔਰ ਭਾਜਪਾ ਅਕਾਲੀ ਗਠਬੰਧਨ ਦੇ ਵਿੱਚ ਇਸ ਵਾਰੀ ਪੰਜਾਬ ਦਾ ਜਿਹੜਾ ਸਿਆਸੀ ਮਾਹੌਲ ਹੈ ਉਹ ਬੜਾ ਹੋਰ ਕਿਸਮ ਦਾ ਹੈ। ਬਹੁਤ ਪਾਰਟੀਆਂ ਚੋਣ ਮੈਦਾਨ 'ਚ ਉਤਰੀਆਂ ਹੋਈਆਂ ਨੇ। ਕਾਂਗਰਸ ਪਾਰਟੀ ਹੈ ਜਿਹਨੇ 5 ਸਾਲ ਸਰਕਾਰ ਚਲਾਈ ਹੈਗੀ ਹੈ। ਅਕਾਲੀ ਦਲ ਬਸਪਾ ਦਾ ਗਠਬੰਧਨ ਹੈਗਾ। ਉਹਦੇ ਇਲਾਵਾ ਆਮ ਆਦਮੀ ਪਾਰਟੀ ਹੈ। ਭਾਜਪਾ ਇਸ ਵਾਰੀ ਇਕੱਲੀ ਚੋਣ ਲੜ ਰਹੀ ਹੈ ਔਰ ਕਿਸਾਨਾਂ ਦੀ ਪਾਰਟੀ ਆਪਣੀ ਜ਼ੋਰ ਅਜ਼ਮਾਇਸ਼ ਕਰ ਰਹੀ ਹੈ। ਔਰ ਇਸ ਲਈ ਮੇਰਾ ਇਹ ਤਜਰਬਾ ਹੈ, ਮੈਂ 1 ਫਰਵਰੀ ਤੋਂ ਚੋਣ ਪ੍ਰਚਾਰ 'ਚ ਘੁੰਮ ਰਿਹਾ ਹੈਗਾ ਕਿ ਪੰਜਾਬ ਦਾ ਜਿਹੜਾ ਵੋਟਰ ਹੈ ਉਹਦੇ ਮਨ ਦੇ ਵਿੱਚ ਅਸਮੰਜਸ ਹੈ। ਪੰਜਾਬ ਦੇ ਵਿੱਚ ਜਿਹਨੂੰ ਕਹਿੰਦੇ ਸਿਆਸੀ ਕਨਫਿਊਜ਼ਨ ਹੈਗੀ, ਪਰ ਮੈਂ ਤੁਹਾਡੇ ਰਾਹੀਂ ਵੋਟਰਾਂ ਨੂੰ ਇਹ ਅਪੀਲ ਕਰਨਾ ਚਾਹੁੰਦਾ, ਪੰਜਾਬ ਦੇ ਆਵਾਮ ਨੂੰ ਇਹ ਅਪੀਲ ਕਰਨਾ ਚਾਹੁੰਦਾ ਕਿ ਪੰਜਾਬ ਦੀਆਂ ਜਿਹੜੀਆਂ ਸਮੱਸਿਆਵਾਂ ਨੇ, ਇੱਕ ਸਰਹੱਦ ਦਾ ਸੂਬਾ ਹੋਣ ਦੇ ਨਾਤੇ ਉਹ ਬਾਕੀ ਸੂਬਿਆਂ ਤੋਂ ਬਹੁਤ ਵੱਖ ਨੇ ਔਰ ਇਸ ਲਈ ਪੰਜਾਬ ਦੇ ਵਿੱਚ ਜਿਹੜੀ ਸਭ ਤੋਂ ਵੱਡੀ ਲੋੜ ਹੈਗੀ ਹੈ ਉਹ ਰਾਜਨੀਤਿਕ ਸਥਿਰਤਾ ਦੀ ਲੋੜ ਹੈਗੀ, ਪੋਲੀਟੀਕਲ ਸਟੇਬਿਲਿਟੀ ਦੀ ਲੋੜ ਹੈ। ਕਿਸੇ ਹੋਰ ਸੂਬੇ ਦੇ ਵਿੱਚ ਜੇ ਪੋਲੀਟੀਕਲ ਸਟੇਬਿਲਿਟੀ ਨਾ ਹੋਵੇ ਤਾਂ ਕੰਮ ਚੱਲ ਜਾਂਦਾ ਹੈ, ਪਰ ਪੰਜਾਬ ਵਰਗੇ ਸੂਬੇ ਦੇ ਵਿੱਚ ਅਗਰ ਪੋਲੀਟੀਕਲ ਸਟੇਬਿਲਿਟੀ ਨਾ ਹੋਵੇ ਤਾਂ ਉਹਦੇ ਵੱਖ-ਵੱਖ ਕਿਸਮ ਦੇ ਪਰਿਣਾਮ ਹੁੰਦੇ ਨੇ। ਔਰ ਇਸ ਲਈ ਮੈਂ ਇਹ ਬੇਨਤੀ ਕਰਨਾ ਚਾਹੁੰਦਾ ਕਿ ਪੰਜਾਬ ਦੇ ਲੋਕਾਂ ਨੂੰ ਆਉਣ ਵਾਲੀ 20 ਫਰਵਰੀ ਨੂੰ ਬਹੁਤ ਸਾਫ਼ ਔਰ ਡਿਸਾਈਸਿਵ ਫੈਸਲਾ ਕਰਨ ਦੀ ਲੋੜ ਹੈਗੀ ਹੈ। ਔਰ ਇਸ ਚੀਜ਼ ਦੇ ਬਾਵਜੂਦ ਕਿ ਪਿਛਲੇ ਕੁਝ ਦਿਨਾਂ ਤੋਂ ਕੋਈ ਥੋੜੀ ਮੋਟੀ ਨੋਕ ਝੋਂਕ ਕਾਂਗਰਸ ਪਾਰਟੀ ਦੇ ਵਿੱਚ ਚੱਲਦੀ ਰਹੀ ਹੈ। ਕਾਂਗਰਸ ਹੀ ਇੱਕ ਐਸੀ ਪਾਰਟੀ ਹੈ ਜਿਹੜੇ ਪੰਜਾਬ ਦੀਆਂ ਸਮੱਸਿਆਵਾਂ ਨੂੰ ਸਮਝਦੀ ਹੈ, ਜਿਹੜੀ ਪੰਜਾਬ ਦੀ
ਬੜੀ ਵਿਸ਼ੇਸ਼ ਪਰਿਸਥਿਤੀ ਹੈ ਉਹਦੇ ਨਾਲ ਪੂਰੀ ਤਰ੍ਹਾਂ ਨਾਲ ਜਾਣੂ ਹੈ ਔਰ ਇਹਦੇ ਨਾਲ ਕਾਂਗਰਸ ਪਾਰਟੀ ਕੋਲ ਇਹ ਤਜਰਬਾ ਹੈ ਕਿ ਕੇਂਦਰ 'ਚ ਵੀ ਔਰ ਸੂਬਿਆਂ ਦੇ ਵਿੱਚ ਵੀ ਸਰਕਾਰ ਕਿਵੇਂ ਚਲਾਉਣੀ ਹੈਗੀ ਔਰ ਇਸ ਲਈ ਕਿਉਂਕਿ ਲੁਧਿਆਣਾ ਮੇਰਾ ਪੁਰਾਣਾ ਸੰਸਦੀय ਹਲਕਾ ਰਿਹਾ ਹੈ ਅਸੀਂ ਕੱਲ੍ਹ ਇੱਥੇ ਚੋਣ ਪ੍ਰਚਾਰ 'ਚ ਆਏ ਸੀਗੇ ਔਰ ਮੈਂ ਇਹ ਸੋਚਿਆ ਕਿ ਪੁਰਾਣੇ ਸਾਥੀਆਂ ਨਾਲ ਇੱਕ ਵਾਰੀ ਦੁਬਾਰਾ ਤੋਂ ਰੂਬਰੂ ਹੋ ਜਾਣਾ ਚਾਹੀਦਾ ਹੈਗਾ ਔਰ ਇਸ ਲਈ ਮੈਂ ਤੁਹਾਡੇ ਰਾਹੀਂ ਦੋ ਬੇਨਤੀਆਂ ਕਰਨਾ ਚਾਹੁੰਦਾ ਹਾਂ ਫਿਰ ਤੁਹਾਡੇ ਸਵਾਲਾਂ ਦਾ ਜਵਾਬ ਦਊਂਗਾ। ਪਹਿਲੀ ਬੇਨਤੀ ਤਾਂ ਇਹ ਕਿ ਆਉਣ ਵਾਲੀ 20 ਫਰਵਰੀ ਨੂੰ ਪੰਜਾਬ ਦੇ ਆਵਾਮ ਨੂੰ ਇੱਕ ਸਾਫ਼ ਫੈਸਲਾ ਦੇਣ ਦੀ ਲੋੜ ਹੈਗੀ ਹੈ, ਇੱਕ ਡਿਸਾਈਸਿਵ ਮੈਂਡੇਟ ਦੇਣ ਦੀ ਲੋੜ ਹੈਗੀ ਹੈ ਔਰ ਦੂਜਾ ਮੈਂ ਇਹ ਅਪੀਲ ਕਰਨਾ ਚਾਹੁੰਦਾ ਹੈਗਾ ਕਿ ਇਹ ਜਿਹੜਾ ਮੈਂਡੇਟ ਹੈ ਇਹ ਕਾਂਗਰਸ ਪਾਰਟੀ ਦੇ ਹੱਕ 'ਚ ਹੋਵੇ। ਬਹੁਤ ਬਹੁਤ ਧੰਨਵਾਦ। ਤੁਹਾਡੇ ਜਿਹੜੇ ਸਵਾਲ ਨੇ ਆਈ ਐਮ ਮੋਰ ਦੈਨ ਵਿਲਿੰਗ ਟੂ ਆਨਸਰ ਦੈਮ। ਕੇਜਰੀਵਾਲ ਕਹਿ ਰਹੇ ਨੇ ਕਿ ਇੱਕ ਸਾਫ਼ ਸਰਕਾਰ ਦੀ ਲੋੜ ਹੈ, ਲੋਕੀ ਇਸ ਸਮੇਂ ਸਾਫ਼ ਸਵੀ ਵਾਲੀ ਸਰਕਾਰ ਮੰਗ ਰਹੇ ਨੇ, ਤੁਸੀਂ ਕੀ ਮੰਨਦੇ ਹੋ ਕਿ ਕਿਹੜੀ ਆਪਣੇ ਆਪ ਨੂੰ ਸਾਫ਼ ਸਵੀ ਸਰਕਾਰ ਦੀ? ਦੇਖੋ ਇੱਦਾਂ ਹੈ ਕਿ ਤਜਰਬੇ ਸੂਬਿਆਂ ਨੂੰ ਬਹੁਤ ਮਹਿੰਗੇ ਪੈਂਦੇ ਨੇ ਔਰ ਜਿਵੇਂ ਮੈਂ ਕਿਹਾ ਕਿ ਪੰਜਾਬ ਦੀ ਇੱਕ ਬੜੀ ਵਿਸ਼ੇਸ਼ ਪਰਿਸਥਿਤੀ ਹੈ ਔਰ ਸਰਹੱਦ ਦਾ ਸੂਬਾ ਰਹਿਣ ਦੇ ਨਾਤੇ ਇਹਦੇ ਸਾਹਮਣੇ ਜਿਹੜੀਆਂ ਚੁਣੌਤੀਆਂ ਨੇ ਉਹ ਬੜੀ ਯੂਨੀਕ ਕਿਸਮ ਦੀਆਂ ਚੁਣੌਤੀਆਂ ਹੈਗੀਆਂ ਔਰ ਜਿਹੜੇ ਲੋਕ ਸਵੱਛ ਸਰਕਾਰ ਦੀ ਗੱਲ ਕਰਦੇ ਨੇ ਉਹਨਾਂ ਨੂੰ ਪੰਜਾਬ ਸਮਝਦੇ 5 ਵਰ੍ਹੇ ਲੱਗ ਜਾਣੇ ਨੇ ਕਿਉਂਕਿ ਪੰਜਾਬ ਨੂੰ ਸਮਝਣਾ ਔਰ ਪੰਜਾਬ ਨੂੰ ਚਲਾਉਣਾ ਇਹ ਕੋਈ ਸੌਖੀ ਚੀਜ਼ ਨਹੀਂ। ਕਿਸੇ ਹੋਰ ਸੂਬੇ ਦੇ ਵਿੱਚ ਜੇ ਕਿਸੇ ਦੀ ਸਰਕਾਰ ਹੋਵੇ ਉਹ ਜਿਹੜੇ ਸੂਬੇ ਨੇ ਉਹ ਆਪਣੇ ਆਪ ਵੀ ਚੱਲ ਜਾਂਦੇ ਨੇ ਪਰ ਪੰਜਾਬ ਇੱਕ ਬਹੁਤ ਹੀ ਵਿਚਿੱਤਰ ਪਰਿਸਥਿਤੀ ਚੋਂ ਨਿਕਲਿਆ ਹੋਇਆ ਸੂਬਾ ਹੈ। ਦੇਖੋ 47 ਦੇ ਵਿੱਚ ਜਦੋਂ ਮੁਲਕ ਦਾ ਵਿਭਾਜਨ ਹੋਇਆ, ਪਾਰਟੀਸ਼ਨ ਹੋਈ, ਉਜਾੜਾ ਪਿਆ, ਉਦੋਂ ਸਭ ਤੋਂ ਵੱਡਾ ਨੁਕਸਾਨ ਪੰਜਾਬ ਦਾ ਹੋਇਆ ਸੀ। ਸਾਡੇ 2 ਕਰੋੜ ਲੋਕ ਜੁਲਾਈ ਸਤੰਬਰ 1947 ਦੇ ਵਿੱਚ ਆਪਣਾ ਬਾਰਡਰ ਤੇ ਮਰੇ, 15 ਕਰੋੜ ਤੋਂ ਜ਼ਿਆਦਾ ਲੋਕ ਬੇਘਰ ਹੋ ਗਏ ਔਰ ਉਸ ਤੋਂ ਇਲਾਵਾ 1980 ਤੋਂ ਲੈ ਕੇ 95 ਤੱਕ ਪੰਜਾਬ ਨੇ ਜਿਹੜਾ ਪਾਕਿਸਤਾਨ ਤੋਂ ਅੱਤਵਾਦ ਆਉਂਦਾ ਹੈਗਾ ਉਹਦਾ ਸੰਤਾਪ ਭੋਗਿਆ ਹੈਗਾ ਔਰ ਇਸ ਲਈ ਪੰਜਾਬ ਦੀ ਜਿਹੜੀ ਸਮਾਜਿਕ ਪ੍ਰਿਸ਼ਠਭੂਮੀ ਹੈ ਉਹ ਬਾਕੀ ਸੂਬਿਆਂ ਤੋਂ ਬਹੁਤ ਵੱਖ ਹੈਗੀ ਔਰ ਇਸ ਲਈ ਇਹ ਜਿਹੜਾ ਨਾਰਾ ਹੈ ਕਿ ਅਸੀਂ ਸਵੱਛ ਸਰਕਾਰ ਦੇਵਾਂਗੇ, ਇਹ ਨਾਰਾ ਜਿਹੜੀ ਪੰਜਾਬ ਦੀ ਪ੍ਰਸ਼ਾਸਨਿਕ ਨੂਐਂਸਸ ਨੇ ਉਹਨੂੰ ਕੈਪਚਰ ਨਹੀਂ ਕਰਦਾ ਹੈਗਾ ਔਰ ਇਸ ਲਈ ਸਭ ਚੀਜ਼ ਦੇ ਬਾਵਜੂਦ ਮੇਰਾ ਇਹੀ ਮੰਨਣਾ ਹੈਗਾ ਕਿ ਅੱਜ ਵੀ ਕਾਂਗਰਸ ਪਾਰਟੀ ਪੰਜਾਬ ਨੂੰ ਇੱਕ ਸਥਾਈ ਸਰਕਾਰ ਦੇਣ ਦੇ ਵਿੱਚ ਸਭ ਤੋਂ ਸ਼ਾਇਦ ਬਿਹਤਰ ਪਾਰਟੀ ਹੈ ਔਰ ਇਸ ਲਈ ਅਸੀਂ ਤੁਹਾਡੇ रूबरू हुए वन बाय वन। सुरक्षा के वन बाय वन सब छोड़ रहे हैं कांग्रेस, इसको सीरियस लेना चाहिए कांग्रेस को, हाईकमान को। पहले पंजाब की गल कर ली ना, फिर कर लेंगे कि बॉर्डर को लेकर सुरक्षा की बात कर रहे हैं। कल केजरीवाल साहब ने सुरक्षा एजेंसियों के ऊपर सवालिया निशान खड़े किए हैं। उनका कहना है कि जो बॉर्डर के ऊपर सुरक्षाकर्मी लगे हुए हैं या जो भी तैनात है उनकी मिली भगत से ही पंजाब का जो माहौल है वो खराब करने की कोशिश की जाती है। नशा भी बॉर्डर एरिया से मिली भगत से आता है और हथियार भी। कहाँ तक आप सही मानते हैं? लगता है कि ये सही बात है? देखो ताही मैं थानू ये गल कही सी कि पंजाब की जिहड़ी परिस्थिति है, पंजाब दे जिहड़ी चुनौतियां ने, पंजाब दे जिहड़े चैलेंजेस ने बड़े वख किस्म के चैलेंजेस ने और उन्होंने समझण च इन्हां नूं 5 साल लग जाने।
ਔਰ ਇਸ ਲਈ ਇਹ ਜਿਹੜਾ ਬਿਆਨ ਦਿੱਤਾ ਹੈ ਕਿ ਸੁਰੱਖਿਆ ਏਜੰਸੀਜ਼ ਦੀ ਇਨਵੋਲਵਮੈਂਟ ਹੈਗੀ ਹੈ, ਇਹ ਬੜਾ ਗੰਭੀਰ ਬਿਆਨ ਹੈ। ਔਰ ਜੇ ਕੇਜਰੀਵਾਲ ਸਾਹਿਬ ਕੋਲੇ ਇਸ ਦੇ ਕੋਈ ਪ੍ਰਮਾਣ ਹੈਗੇ ਨੇ ਤਾਂ ਉਹਨਾਂ ਨੂੰ ਜ਼ਰੂਰ ਮੁਲਕ ਦੇ ਸਾਹਮਣੇ ਉਹ ਪ੍ਰਮਾਣ ਰੱਖਣੇ ਚਾਹੀਦੇ ਨੇ। ਇਹਦੇ 'ਚ ਕੋਈ ਦੋ ਰਾਏ ਨਹੀਂ ਹੈ ਕਿ ਪਾਕਿਸਤਾਨ ਪੰਜਾਬ ਦੇ ਵਿੱਚ ਹਥਿਆਰ ਵੀ ਭੇਜਦਾ ਹੈ, ਨਸ਼ਾ ਵੀ ਭੇਜਦਾ ਹੈਗਾ। ਪੰਜਾਬ ਨੂੰ ਡੀਸਟੇਬਲਾਈਜ਼ ਕਰਨ ਦੀ ਕੋਸ਼ਿਸ਼ 1975 ਤੋਂ ਕਰਦਾ ਆ ਰਿਹਾ ਹੈ। ਪਰ ਇਹ ਕਹਿਣਾ ਕਿ ਉਹਦੇ 'ਚ ਹਿੰਦੁਸਤਾਨ ਦੀਆਂ ਸੁਰੱਖਿਆ ਏਜੰਸੀਜ਼ ਲਿਪਤ ਨੇ, ਇਹ ਬੜਾ ਗੰਭੀਰ ਬਿਆਨ ਹੈ। ਔਰ ਇਸ ਲਈ ਇਹਦੇ ਜੇ ਕੋਈ ਪ੍ਰਮਾਣ ਉਹਨਾਂ ਕੋਲ ਹੈਗੇ ਨੇ, ਉਹਨਾਂ ਨੂੰ ਪ੍ਰਮਾਣ ਲੋਕਾਂ ਦੇ ਸਾਹਮਣੇ ਰੱਖਣੇ ਚਾਹੀਦੇ। 1 ਸੈਕਿੰਡ ਦੇਖੋ, ਮੈਨੂੰ ਨਹੀਂ ਲੱਗਦਾ ਕਿ ਪੰਜਾਬ ਦਾ ਆਵਾਮ ਇਹੋ ਜਿਹਾ ਕੋਈ ਫੈਸਲਾ ਦੇਣ ਜਾ ਰਿਹਾ। ਅੱਜ ਦੀ ਤਰੀਕ ਦੇ ਵਿੱਚ ਵੀ ਜਿਵੇਂ 2017 'ਚ ਰੌਲਾ ਬਹੁਤ ਸੀ, ਪਰ ਜਦੋਂ ਰਿਜ਼ਲਟ ਨਿਕਲੇ ਤਾਂ ਰਿਜ਼ਲਟ ਕਹਿ ਕੇ ਇਹਨਾਂ ਨੇ ਬਿਲਕੁਲ ਹੀ ਹੋਰ ਸੀਗੇ। ਔਰ ਇਸ ਲਈ ਅੱਜ ਇੱਕ ਜ਼ਰੂਰ ਅਸੀਂ ਚੋਣਾਂ ਤੋਂ 5 ਦਿਨ ਪਹਿਲਾਂ ਆਪਾਂ ਗੱਲ ਕਰ ਰਹੇ ਹਾਂ, ਅੱਜ ਜ਼ਰੂਰ ਇੱਕ ਕਨਫਿਊਜ਼ਨ ਦੀ ਸਥਿਤੀ ਹੈ। ਪਰ ਮੈਨੂੰ ਇਹ ਲੱਗਦਾ ਹੈ ਕਿ ਮੈਂਡੇਟ ਜਿਹੜਾ ਹੈ ਉਹ ਡਿਸਾਈਸਿਵ ਹੋਊਗਾ ਔਰ ਲੋਕੀ ਇਸ ਪੰਜਾਬ ਦੀ ਵਿਸ਼ੇਸ਼ ਪਰਿਸਥਿਤੀ ਨੂੰ ਮੁੱਖ ਰੱਖਦਿਆਂ ਹੋਇਆਂ ਠੀਕ ਫੈਸਲਾ ਕਰਨ। And the security concerns, you and Captain Amrinder Singh right from the beginning, with many other people, seem to be on the same page. But when it comes to the government in Punjab, be it Mr. Channi, be it your Home Minister Sukhbir Randhawa ji, they've always been denying that there is no such condition, there is no such problem in Punjab. So how serious is Congress? Because if your Prime Ministerial candidate, even we ask these questions, so he point blank that we have no law and order situation, we have no such threat in Punjab. ਸਰ ਮੈਂ ਵੀ ਥੋੜਾ ਜਿਹਾ ਐਡ ਕਰ ਰਿਹਾ। ਸੁਖੀ ਰੰਧਾਵਾ ਉਹਨਾਂ ਨੇ ਤਾਂ ਇੱਥੇ ਦਾ ਕਿਹਾ ਕਿ ਨਾ ਪਾਕਿਸਤਾਨ ਤੋਂ ਡਰੋਨ ਆਉਂਦੇ ਆ, ਨਾ ਵੈਪਨ ਆ ਰਹੇ। ਇਟ ਵਾਸ ਔਨ ਦਾ ਰਿਕਾਰਡ And that comes from the Home Minister. ਦੇਖੋ, ਮੈਨੂੰ ਨਹੀਂ ਪਤਾ ਕਿ ਸੁਖੀ ਰੰਧਾਵਾ ਜੀ ਨੇ ਕੀ ਕਿਹਾ ਹੈ ਕਿ ਨਹੀਂ ਕਿਹਾ ਹੈਗਾ, ਪਰ ਇਹ ਵਾਸਤਵਿਕਤਾ ਹੈ। ਸਾਡੇ ਤੇ ਵਿਸ਼ਵਾਸ ਕਰੋ। ਮੈਂ ਤੁਹਾਡੇ ਤੇ ਪੂਰਾ ਵਿਸ਼ਵਾਸ ਕਰਦਾ, ਅੱਜ ਤਾਂ ਨਹੀਂ ਕਰਦਾ, 2004 ਦਾ ਕਰਦਾ ਹੈਗਾ। ਤੋ ਪਰ ਇਹ ਵਾਸਤਵਿਕਤਾ ਹੈ ਕਿ ਪਾਕਿਸਤਾਨ ਨਿਰੰਤਰ ਔਰ ਲਗਾਤਾਰ 1975 ਤੋਂ ਪੰਜਾਬ ਨੂੰ ਡੀਸਟੇਬਲਾਈਜ਼ ਕਰਨ ਦੀ, ਅਸਥਿਰ ਬਣਾਉਣ ਦੀ ਕੋਸ਼ਿਸ਼ ਕਰਦਾ ਰਿਹਾ ਹੈ। ਔਰ ਇਹ ਗੱਲ ਤਾਂ ਪ੍ਰਮਾਣਿਤ ਹੈਗੀ ਹੈ ਔਰ ਕੇਂਦਰ ਸਰਕਾਰ ਨੇ ਇਹਨੂੰ ਸੰਸਦ 'ਚ ਵੀ ਮੰਨਿਆ ਹੈਗਾ ਕਿ ਪਾਕਿਸਤਾਨ ਤੋਂ ਹਥਿਆਰ ਔਰ ਪਾਕਿਸਤਾਨ ਤੋਂ ਨਸ਼ੀਲੇ ਪਦਾਰਥ ਆਉਂਦੇ ਨੇ। ਔਰ ਜਿਹੜੇ ਡਰੋਨ ਫੜੇ ਗਏ ਨੇ, ਉਹ ਡਰੋਨ ਸਾਰਿਆਂ ਨੇ ਵੇਖੇ ਵੀ ਨੇ। ਉਸ ਦੇ ਉੱਪਰ ਸਾਰਵਜਨਿਕ ਪ੍ਰੈਸ ਕਾਨਫਰੰਸਿਸ ਵੀ ਹੋਈਆਂ ਨੇ। ਔਰ ਜਿਹੜੀ ਪਾਕਿਸਤਾਨ ਤੋਂ ਪੰਜਾਬ ਨੂੰ ਕੰਟੀਨਿਊਇੰਗ ਥ੍ਰੈਟ ਹੈ, ਉਸ ਚੀਜ਼ ਨੂੰ ਅਗਰ ਕੋਈ ਘਟਾ ਕੇ ਵੇਖਣ ਦੀ ਕੋਸ਼ਿਸ਼ ਕਰਦਾ ਹੈਗਾ ਤੇ ਇੱਕ ਬਹੁਤ ਵੱਡੀ ਗਲਤੀ ਕਰਦਾ ਹੈ। ਵੀ ਸ਼ੁੱਡ ਆਲਵੇਜ਼ ਰਿਮੇਨ ਕੋਗਨੀਜ਼ੈਂਟ of the continuing threat from Pakistan insofar as Punjab is concerned. अश्विनी कुमार रिजाइन कर गए। मनीष जी, अश्विनी कुमार भी कल रिजाइन करके कांग्रेस से। There's a connected question. Is all well with the Congress, one after the other? Leaders are वो तो अगर करण पूछ ही रहा हैगा तो और जो सवाल हैगा। And there's a word, sir, I am just elaborating his question. There's a word dignity that he uses in his letter. This is the same thing that Captain Amrinder Singh said. So one after the other, when these leaders are leaving, firstly about the Congress at national level and impact in Punjab also. ਮਨੀਸ਼ ਜੀ, ਕਾਂਗਰਸ ਦੇ ਜਿਹੜੇ ਜਿੰਨੇ ਵੀ ਮੰਤਰੀ ਹੈਗੇ ਆ ਸਾਰੇ ਗੱਲ ਕਰ ਰਹੇ ਨੇ 111 ਦਿਨ ਦੀ ਸਰਕਾਰ ਦੀ। ਕੀ ਪੰਜਾਬ ਦੇ ਵਿੱਚ ਸਿਰਫ 111 ਦਿਨ ਸਰਕਾਰ ਰਹੀ ਹੈ ਜਾਂ 5 ਸਾਲ ਰਹੀ ਹੈ? ਦੇਖੋ, ਮੇਰਾ ਤਾਂ ਇਹ ਮੰਨਣਾ ਹੈ ਕਾਂਗਰਸ ਪੰਜਾਬ ਦੇ ਵਿੱਚ ਕਾਂਗਰਸ ਦੀ ਸਰਕਾਰ 5 ਸਾਲ ਰਹੀ ਹੈਗੀ ਹੈ। ਔਰ ਜਿਹੜਾ ਵਿਕਾਸ ਹੋਇਆ, ਜਿਹੜੀ ਤਰੱਕੀ ਹੋਈ ਹੈ, ਜਿਹੜਾ ਵੱਖ-ਵੱਖ ਹਲਕਿਆਂ 'ਚ ਕੰਮ ਹੋਇਆ ਹੈ, ਉਹ ਪੂਰੇ ਪਿਛਲੇ 5 ਸਾਲ 'ਚ ਹੋਇਆ ਹੈ। ਇਹ ਜ਼ਰੂਰ ਆਪਣਾ ਕਿ ਪਾਰਟੀਆਂ ਦੇ ਵਿੱਚ ਕਦੇ ਅਦਲ ਬਦਲ ਹੋ ਜਾਂਦਾ ਹੈਗਾ। ਪਾਰਟੀਆਂ ਕਦੇ ਫੈਸਲਾ ਕਰਦੀਆਂ ਨੇ, ਕਦੇ ਕਿਸੇ ਨੂੰ ਰਹਿਨੁਮਾਈ ਦਿੰਦੀਆਂ ਨੇ, ਕਦੇ ਕਿਸੇ ਹੋਰ ਨੂੰ ਰਹਿਨੁਮਾਈ ਦਿੰਦੀਆਂ ਨੇ। ਪਰ ਜਿਹੜੀ ਬੁਨਿਆਦੀ ਗੱਲ ਹੈਗੀ ਹੈ, ਬੁਨਿਆਦੀ ਗੱਲ ਹੈ ਕਿ ਪੰਜਾਬ ਦੇ ਆਵਾਮ ਨੇ ਕਾਂਗਰਸ ਦੀ ਸਰਕਾਰ 5 ਸਾਲ ਵਾਸਤੇ ਚੁਣੀ ਸੀ। ਔਰ ਜਿਹੜਾ ਵੀ ਕੰਮ ਹੋਇਆ ਹੈਗਾ
ਉਹਨੂੰ 5 ਸਾਲ ਦੇ ਕੰਟੀਨਿਊਮ 'ਚ ਦੇਖਣ ਦੀ ਲੋੜ ਹੈਗੀ ਹੈ। ਲੇਕਿਨ ਸਰ ਇਸ ਵੇਲੇ ਤੇ ਹੋ ਰਿਹਾ ਕਿ ਜਿਹੜਾ ਕੀਤਾ ਹੈ ਉਹ 111 ਦਿਨਾਂ 'ਚ ਹੋਇਆ, ਜਿਹੜਾ ਨਹੀਂ ਕੀਤਾ ਉਹ 4.5 ਸਾਲ 'ਚ। ਦੇਖੋ ਇਦਾਂ ਹੈ ਕਿ ਇਹ ਜੇ ਆਪਾਂ ਫਰਕ ਕਰਨਾ ਸ਼ੁਰੂ ਕਰਾਂਗੇ ਤੇ ਜੇ ਆਪਾਂ ਇਹ ਫਰਕ ਕਰਨਾ ਸ਼ੁਰੂ ਕਰਾਂਗੇ ਤਾਂ ਜਿਹੜੇ ਕੰਮ ਪਿਛਲੇ 5 ਸਾਲ 'ਚ ਹੋਏ ਨੇ ਆਪਾਂ ਉਹਨਾਂ ਨੂੰ ਅੰਡਰਮਾਈਨ ਕਰਦੇ ਹੈਗੇ ਆ। ਸਰਕਾਰਾਂ ਕੰਟੀਨਿਊਮ ਹੁੰਦੀਆਂ ਨੇ, ਉਹਦੇ 'ਚ ਨੇਤਰਤਵ ਬਦਲ ਜਾਂਦਾ ਹੈ, ਪਰ ਇਹ ਕਹਿਣਾ ਕਿ ਬਈ ਸਰਕਾਰ 111 ਦਿਨ ਦੀ ਸੀ ਔਰ ਪਿਛਲੇ 5 ਵਰਿਆਂ ਦੀ ਨਹੀਂ ਸੀ, ਮੇਰੇ ਹਿਸਾਬ ਨਾਲ ਉਹ ਇੱਕ ਬਹੁਤ ਹੀ ਬਚਕਾਣੀ ਸੋਚ ਦਾ ਪ੍ਰਤੀਕ ਹੈ। ਹਾਂ ਕਰਨ ਨੂੰ ਪੁੱਛ ਲਾ। ਐਸਐਲ ਮੁੱਦੇ ਦੇ ਉੱਤੇ ਕੇਜਰੀਵਾਲ ਸਾਹਿਬ ਨੇ ਕਿਹਾ ਵਾ ਕਿ ਇੱਥੇ ਰਿਵਾਇਤੀ ਪਾਰਟੀਆਂ ਜਿਹੜੀਆਂ ਹੈਗੀਆਂ ਉਹ ਖੁਦ ਹੀ ਨਹੀਂ ਚਾਹੁੰਦੀਆਂ ਇਸ ਚੀਜ਼ ਦਾ ਹੱਲ ਹੋਵੇ। अभी प्रेस कौन चल रही चंडीगढ़? ਸ਼ਾਇਦ SYL ਮੁੱਦੇ ਦੇ ਅਰਾਊਂਡ ਜਿਹੜੀਆਂ ਸੈਂਸਿਟਿਵਿਟੀਜ਼ ਨੇ ਉਹਨਾਂ ਨੂੰ ਕੇਜਰੀਵਾਲ ਸਮਝਦੇ ਨਹੀਂ ਹੈਗੇ। ਮੈਂ ਤਾਂ ਹੀ ਬਾਰ-ਬਾਰ ਇਹ ਗੱਲ ਕਹਿ ਰਿਹਾ ਹੈਗਾ ਕਿ ਇਹਨਾਂ ਨੂੰ ਪੰਜਾਬ ਨੂੰ ਸਮਝਣ 'ਚ ਹੀ 5 ਸਾਲ ਲੱਗ ਜਾਣੇ ਨੇ, ਕਿਉਂਕਿ SYL ਦਾ ਜਿਹੜਾ ਮੁੱਦਾ ਹੈ, ਪੰਜਾਬ 'ਚ ਜਿਹੜਾ ਪਾਣੀਆਂ ਦਾ ਮੁੱਦਾ ਹੈਗਾ, ਉਹ ਬਹੁਤ ਹੀ ਇੱਕ ਇਮੋਟਿਵ ਮੁੱਦਾ ਹੈ। ਔਰ ਤੁਹਾਨੂੰ ਸਾਰਿਆਂ ਨੂੰ ਯਾਦ ਹੋਊਗਾ, ਮੈਨੂੰ ਤਾਂ ਯਾਦ ਹੈਗਾ ਕਿ ਜਦੋਂ 1980 'ਚ ਪੰਜਾਬ ਦੇ ਹਾਲਾਤ ਵਿਗੜਨੇ ਸ਼ੁਰੂ ਹੋਏ ਸੀਗੇ, ਉਹ SYL ਦੇ ਮੁੱਦੇ ਨੂੰ ਹੀ ਲੈ ਕੇ ਵਿਗੜਨੇ ਸ਼ੁਰੂ ਹੋਏ ਸੀ। ਔਰ ਇਸ ਲਈ ਇਹ ਕਹਿਣਾ ਕਿ SYL ਦਾ ਜਿਹੜਾ ਮੁੱਦਾ ਹੈ ਉਹ ਰਵਾਇਤੀਆਂ ਪਾਰਟੀਆਂ ਕਰਕੇ ਰਿਜ਼ੋਲਵ ਨਹੀਂ ਹੋ ਰਿਹਾ, ਮੇਰੇ ਖਿਆਲ ਇਸ ਗੱਲ ਨੂੰ ਦਰਸਾਉਂਦਾ ਹੈ ਕਿ ਪੂਰੀ ਤਰ੍ਹਾਂ ਉਹਨਾਂ ਨੂੰ ਇਸ ਮੁੱਦੇ ਬਾਰੇ ਸਮਝ ਨਹੀਂ ਹੈਗੀ, ਕਿਉਂਕਿ ਹੁਣ ਵੀ ਜਿਹੜਾ SYL ਦਾ ਮੁੱਦਾ ਹੈ ਉਹ ਸੁਪਰੀਮ ਕੋਰਟ 'ਚ ਲੰਬਿਤ ਹੈ ਔਰ ਸੁਪਰੀਮ ਕੋਰਟ 'ਚ ਉਹਦੇ ਉੱਪਰ ਲੜਾਈ ਲੜੀ ਜਾ ਰਹੀ ਹੈ। ਔਰ ਇਸ ਲਈ ਪੰਜਾਬ ਦੇ ਜਿਹੜੇ ਪਾਣੀਆਂ ਦਾ ਮੁੱਦਾ ਹੈ ਉਹ ਪੰਜਾਬ ਦੇ ਆਵਾਮ ਵਾਸਤੇ ਇੱਕ ਬਹੁਤ ਹੀ ਇਮੋਟਿਵ ਇਸ਼ੂ ਹੈ ਔਰ ਉਸ ਚੀਜ਼ ਨੂੰ ਬਰੀਕੀ ਨਾਲ ਔਰ ਜ਼ਿੰਮੇਵਾਰੀ ਨਾਲ ਸਮਝਣ ਦੀ ਲੋੜ ਹੈਗੀ। ਬਸ ਹੋ ਗਿਆ ਯਾਰ ਹੁਣ। ਲੋਕਾਂ ਨੂੰ ਅਪੀਲ ਕਰ ਰਹੇ ਹੋ। ਤੁਸੀਂ ਪਿੱਛੇ ਇੱਕ ਟਵੀਟ ਕੀਤਾ ਸੀ ਹਿੰਦੂ ਕੇਡਰ ਨੂੰ ਵੋਟਿੰਗ ਨੂੰ ਲੈ ਕੇ, ਹੁਣ ਅੱਜ ਪੰਜਾਬ ਦਾ ਹਿੰਦੂ ਇਹ ਕਹਿ ਰਿਹਾ ਕਿ ਜੇ ਤੁਹਾਡੇ ਵਰਗੇ ਕੈਲੀਬਰ ਜਿਹੜੀ ਪਰਸਨੈਲਿਟੀਜ਼ ਹੈਗੀਆਂ ਉਹਨਾਂ ਦੀ ਯੋਗਤਾ ਨੂੰ ਦੇਖ ਕੇ ਜੇ ਅਸੀਂ CM ਚਿਹਰਾ ਕਦੀ ਬਣ ਹੀ ਨਹੀਂ ਸਕਦਾ, ਫਿਰ ਹਿੰਦੂ ਕੇ ਉਮੀਦਵਾਰ ਨੂੰ ਵੋਟ ਕਿਉਂ ਪਾਵੇ, ਕਿਉਂਕਿ CM ਤਾਂ ਕਦੀ ਬਣ ਹੀ ਨਹੀਂ ਸਕਦਾ, ਉਹਨਾਂ ਦੀ ਆਵਾਜ਼ ਹੀ ਨਹੀਂ ਕਦੀ ਪਹੁੰਚੀ। ਜੀ ਨੇ ਵੀ ਕਿਹਾ। ਦੇਖੋ ਇੱਦਾਂ ਹੈ ਕਿ ਪੰਜਾਬ ਦੇ ਵਿੱਚ ਹਿੰਦੂ ਔਰ ਸਿੱਖ ਦਾ ਕੋਈ ਫਰਕ ਨਹੀਂ ਹੈ। ਹਿੰਦੂ ਔਰ ਸਿੱਖ ਦਾ 9 ਮਾਸ ਦਾ ਸਾਥ ਹੈ ਔਰ ਜਿਹੜਾ ਕੋਈ ਇਹ ਫਰਕ ਕਰਨ ਦੀ ਕੋਸ਼ਿਸ਼ ਕਰਦਾ ਹੈ ਉਹ ਸਿੱਧਾ ISI ਦੇ ਹੱਥਾਂ 'ਚ ਖੇਡਦਾ ਹੈ। ਪੰਜਾਬ ਦੀ ਜਿਹੜੀ ਸਮਾਜਿਕ ਏਕਤਾ ਦੀ ਹੋਂਦ ਹੈ ਉਹ ਹਿੰਦੂ ਸਿੱਖ ਭਾਈਚਾਰਾ ਹੈ ਔਰ ਆਪਣੇ ਰਾਜਨੀਤਿਕ ਮਹੱਤਵਾਕਾਂਖਿਆ ਲਈ ਉਸ ਚੀਜ਼ ਨੂੰ ਠੇਸ ਪਹੁੰਚਾਉਣਾ ਪੰਜਾਬ ਨਾਲ ਸਭ ਤੋਂ ਵੱਡਾ ਵਿਸ਼ਵਾਸਘਾਤ ਕਰਨ ਦੀ ਕੋਸ਼ਿਸ਼ ਹੈ। ਦੇਖੋ ਇੱਦਾਂ ਹੈ ਕਿ ਮੈਂ ਲੁਧਿਆਣੇ ਦੀ ਨੁਮਾਇੰਦਗੀ ਕੀਤੀ, ਮੇਰੇ ਤੋਂ ਪਹਿਲਾਂ ਲੁਧਿਆਣੇ 'ਚ ਕੋਈ ਹਿੰਦੂ MP ਨਹੀਂ ਸੀ, ਮੇਰੇ ਤੋਂ ਬਾਅਦ ਵੀ ਜਿਹੜੇ ਜਿੱਤੇ ਉਹ ਹਿੰਦੂ ਨਹੀਂ ਸੀ। ਮੈਂ ਸ੍ਰੀ ਅਨੰਦਪੁਰ ਸਾਹਿਬ ਤੋਂ MP ਹਾਂ, ਜਿੱਥੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਖਾਲਸਾ ਸਿਰਜਿਆ ਸੀਗਾ 1699 'ਚ। ਮੈਨੂੰ ਇਸ ਕਰਕੇ ਤਾਂ ਨਹੀਂ ਲੁਧਿਆਣੇ ਦੇ ਲੋਕਾਂ ਨੇ ਜਿਤਾਇਆ ਸੀ ਜਾਂ ਸ੍ਰੀ ਅਨੰਦਪੁਰ ਸਾਹਿਬ ਦੇ ਲੋਕਾਂ ਨੇ ਜਿਤਾਇਆ ਹੈ ਕਿ ਮੈਂ ਹਿੰਦੂ ਸੀ। ਪੰਜਾਬ ਦੀ ਜਿਹੜਾ ਈਥੋਸ ਹੈ ਉਹ ਇਹ ਹੈ ਕਿ ਮਾਨਸ ਕੀ ਜਾਤ ਸਭੇ एक पहचान, ਨਾਨਕ ਨਾਮ ਫਕੀਰ, ਹਿੰਦੂ ਕਾ ਗੁਰੂ ਮੁਸਲਮਾਨ ਕਾ ਪੀਰ। ਇਸ ਲਈ ਜਿਹੜੇ ਹਿੰਦੂ ਸਿੱਖ 'ਚ ਪਾੜਾ ਪਾਉਣ ਦੀ ਕੋਸ਼ਿਸ਼ ਕਰਦੇ ਨੇ ਉਹ ਸਿੱਧੇ ਤੌਰ ਤੇ ISI ਦੇ ਹੱਥਾਂ 'ਚ ਖੇਡਦੇ ਨੇ ਔਰ ਮੈਂ ਉਹਨਾਂ ਨੂੰ ਇਹ ਬੇਨਤੀ ਕਰਨਾ ਚਾਹੁੰਦਾ ਕਿ ਆਪਣੀ ਰਾਜਨੀਤੀ ਵਾਸਤੇ ਇਹ ਜਿਹੜਾ ਪੰਜਾਬੀਅਤ ਜੋ ਪੰਜਾਬ ਦਾ ਬਿਲਕੁਲ ਮੂਲਭੂਤ ਆਧਾਰ ਹੈ ਉਹਨੂੰ ਠੇਸ ਪਹੁੰਚਾਉਣ ਦੀ ਕੋਸ਼ਿਸ਼ ਨਾ ਕਰੇ। ਮੈਂ ਇੱਕ ਮਿੰਟ ਜਵਾਬ ਦੇ ਦਿੰਦਾ ਹੈਗਾ। CM ਬਦਲਿਆ ਗਿਆ ਸੀ ਸਤੰਬਰ 2021 'ਚ, ਉਹਨਾਂ ਨੂੰ ਕਹਿ ਕੇ ਚੋਣਾਂ ਦੇ ਦੌਰਾਨ ਕਿਉਂ ਯਾਦ ਆ ਰਿਹਾ ਹੈਗਾ? ਔਰ ਮੈਨੂੰ ਤਾਂ ਇਹ ਸਮਝ ਨਹੀਂ ਆਉਂਦੀ ਹੈਗੀ ਜਿਹੜੇ ਹਿੰਦੂਆਂ ਦੀ ਗੱਲ ਕਰਦੇ ਨੇ ਉਹਨਾਂ ਨੂੰ ਹਿੰਦੂ ਤਦ ਹੀ ਯਾਦ ਆਉਂਦੇ ਨੇ ਜਦੋਂ ਚੀਫ ਮਿਨਿਸਟਰ ਦੀ ਗੱਲ ਆ ਜਾਂਦੀ ਹੈਗੀ ਹੈ। ਉਹਨਾਂ ਨੇ ਅੱਜ ਤੱਕ ਹਿੰਦੂਆਂ ਵਾਸਤੇ ਕੀ ਕੀਤਾ ਹੈਗਾ? ਇੱਕ ਮਿੰਟ ਯਾਰ ਖੜ ਜਾ। ਮੈਂ ਇਹ ਪੁੱਛਣਾ ਚਾਹੁੰਦਾ ਹੈਗਾ
ਕਿ ਬਈ ਹਿੰਦੂ ਦੀ ਆਵਾਜ਼ ਯਾਦ ਸਿਰਫ ਤਦ ਹੁੰਦੀ ਹੈ ਜਦੋਂ ਕਿ ਆਪਣੀ ਚੀਫ ਮਿਨਿਸਟਰ ਦੀ ਗੱਲ ਹੁੰਦੀ ਹੈਗੀ ਹੈ, ਵੈਸੇ ਨਹੀਂ ਹਿੰਦੂ ਯਾਦ ਆਉਂਦਾ ਹੈਗਾ। ਇਹ ਜਿਹੜੇ ਹਿੰਦੂਆਂ ਦੀ ਗੱਲ ਕਰਦੇ ਨੇ, ਪੰਜਾਬ ਦੀ ਸਮਾਜਿਕ ਏਕਤਾ ਨੂੰ ਤੋੜਨ ਦੀ ਕੋਸ਼ਿਸ਼ ਕਰਦੇ ਨੇ, ਇਹਨਾਂ ਨੇ ਹਿੰਦੂਆਂ ਵਾਸਤੇ ਕੀ ਕੀਤਾ ਹੈਗਾ? ਸੋ ਇਸ ਲਈ ਆਪਣੀ ਇਸ ਹਿੰਦੂ ਸਿੱਖ ਏਕਤਾ ਨੂੰ, ਪੰਜਾਬ ਦੇ ਭਾਈਚਾਰੇ ਨੂੰ, ਪੰਜਾਬੀ ਪੰਜਾਬੀਅਤ ਨੂੰ, ਇਹਨਾਂ ਨੂੰ ਆਪਣੀ ਪੋਲਿਟਿਕਸ ਦੀ ਭੇਂਟ ਨਹੀਂ ਚੜਾਉਣਾ ਚਾਹੀਦਾ। ਇੱਕ ਮਿੰਟ ਉਹ ਪੁੱਛ ਰਹੇ ਸੀ ਕੁਝ। जी आपका पहला नाम छड़ा अश्विनी कुमार जी वाला, दूसरा यू हैव बीन केप्ट आउट ऑफ द कैंपेन कमेटी। ਜੀ ਹੁਣ ਉਹਨਾਂ ਨੇ ਬ੍ਰਾਹਮਣਾਂ ਤੇ ਟਿੱਪਣੀ ਕੀਤੀ ਹੈ, ਉਹਨੂੰ ਕਿਸ ਤਰੀਕੇ ਨਾਲ ਦੇਖਦੇ ਹੋ? ਕੀ ਜੀ? ਬ੍ਰਾਹਮਣਾਂ ਦੇ ਉੱਪਰ ਉਹਨਾਂ ਨੇ ਟਿੱਪਣੀ ਕੀਤੀ ਹੈ। ਦੇਖੋ ਇਦਾਂ ਹੈ ਕਿ ਸਿੱਧੂ ਸਾਹਿਬ ਦੀ ਗੱਲਾਂ ਸਿੱਧੂ ਸਾਹਿਬ ਜਾਣਨ, ਉਹ ਆਪ ਹੀ ਸક્ષਮ ਨੇ ਆਪਣੇ ਸਵਾਲ ਦਾ ਜਵਾਬ ਦੇਣ ਵਾਸਤੇ। ਹਾਂ ਕਰਨ, ਹਾਂ बोल। आपके सीनियर लीडर की आई है स्टेटमेंट कि रोज कोई ना कोई कांग्रेस का सीनियर लीडर छोड़ के जा रहा है, हाई कमांड को उस पर देखना चाहिए। कल भी एक सीनियर लीडर छोड़ के गए हैं, इस पे आपकी क्या टिप्पणी है? देखो, दूसरा, कल प्रियंका गांधी ने बोला है कि ये असली पगड़ी है, दूसरी बाकी नकली पगड़ी है, उन पे भी ऑपोजिशन पार्टियां काफी बीजेपी मजबूत होती जा रही है। देखो इदां है पहला कि ਹੁਣ पंजाबी च सुन लिया। हाँ, तो देखिए ऐसा है कि अगर कोई भी व्यक्ति कांग्रेस छोड़ के जाता है, उससे ज़रूर पार्टी का नुकसान होता है। श्री अश्विनी कुमार जी कांग्रेस पार्टी के सांसद रहे, पंजाब से कांग्रेस पार्टी के वरिष्ठ मंत्री रहे, हमारे सहयोगी रहे, और अगर वो छोड़ के गए हैं, ये बहुत ही दुर्भाग्यपूर्ण है। पर ਉਹਦੇ ਨਾਲ एक गल होर भी है, ਇਹ ਜਿਹੜੀ ਰਾਜ ਸਭਾ ਦੀ ਕੁੱਤੇ ਝਾਕ ਹੈ ਨਾ, ਇਹ ਬੰਦੇ ਕੋਲੋਂ ਬਹੁਤ ਕੁਝ ਕਰਾਉਂਦੀ ਹੈ। क्या लालच के बदले जा रहे हैं? ਮੈਂ ਹੁਣ ਤੁਸੀਂ ਕਹਿ ਕੇ ਬਹੁਤ ਸਮਝਦਾਰ ਹਾਂ, ਤੇ ਪੰਜਾਬ 'ਚ 7 ਰਾਜ ਸਭਾ ਦੀਆਂ ਸੀਟਾਂ ਹੋਣੀਆਂ ਨੇ ਅਪ੍ਰੈਲ ਤੋਂ ਲੈ ਕੇ ਜੁਲਾਈ ਤੱਕ। ਇਹ ਕਿਹੜੀ ਕੋ ਰਾਜ ਸਭਾ ਦੀ ਕੁੱਤੇ ਝਾਕ ਹੈ ਨਾ, ਜਿਹੜੀ ਕੁੱਤੇ ਝਾਕ ਨਾ ਰਾਜ ਸਭਾ ਦੀ, ਇਹ ਬੰਦੇ ਨੂੰ ਬੜੀ ਖੱਜਲ ਖੁਆਰ ਕਰ ਰਹੀ ਹੈ। प्रधानमंत्री पे टिप्पणी की है, उस पर क्या कहना है? देखो इदां है कि जिथे तक पगड़ी की गल हैगी है, असी सारे पगड़ी का सत्कार करते हैं, और ये पंजाब की शान है, और इस दे ऊपर सियासत नहीं होनी चाहिए। सर एक मेरा भी जी एक सेकंड, वो जरा अश्विनी कुमार होना था, मेरा उनका रेलेवेंट है। अश्विनी कुमार होना दी जो लेटर है डेजिग्नेशन वाली, वो चोने क्या है, ही स्पोक वेरी हाई ऑफ मिसेस सोनिया गांधी, बट उन्हें सेंट्रल लीडरशिप को क्रिटिसाइज किया है। लेकिन क्या मिसेस सोनिया गांधी हैज बिकम इररेलेवेंट? देखो इदां है कि अश्विनी कुमार जी एक नफीस इंसान ने, और वधिया वकील ने, वधिया दलील भी दे लेंदे ने, और कई गल्लां जड़ियां उन्होंने कहियां ने, वो कई गल्लां सही ने। बहुत सारे लोग उस चीज़ से चिंतित, पर आपां अज चोणां दे माहौल च है, पंजाब दी चोणां दी गल कर रहे हैगे हैं, सो ये गल चोणां तो बाद भी हो सकती हैगी है। पर उहदे नाल मैं जरूर ये जोड़ना चाहुंदा हैगा कि जे राज सभा की कुत्ते झाक है ना, ये बंदे तो बड़ी खजल खुआर कर दी है बंदे नूं। आपकी आवाज आ रही है कि आप भी बीजेपी में जा रहे हैं। यार तेनू शर्म आनी चाहिए ऐसा सवाल पूछते हुए, तेनू शर्म आनी चाहिए ऐसा सवाल पूछते हुए। ऐदा है ऐदा है कि असी कांग्रेस कहने हिस्सेदार हैं, किराएदार नहीं है। अहीं अपनी जिंदगी के 40 साल कांग्रेस पार्टी नूं दित्ते ने, साडे परिवारां ने शहादत दित्ती हैगी है कांग्रेस पार्टी वास्ते। ये हो सकता है कि किसी व्यक्ति विशेष नाल या कई लोगों नाल साडे कोई विचारात्मक मतभेद होण, और वो पार्टियां च रहिंदे ने, पर इहदा ये मतलब थोड़ी हैगा कि तुसीं अज इधर कल उधर। ये मेरा किरदार नहीं। मैंने पूछ रहा सो You've been kept out of the campaign team despite being such a senior leader. You won all elections there and knows the pulse of Punjab. Let me answer that question. देखो, nobody becomes a leader by being included or excluded from any list. और मैं अपने साथियों नाल हस रहा सीगा, if the ladies do not mind, कि उस लिस्ट तक कई ਇਹੋ ਜਿਹੇ लोग ने जिन्हां दे कहण ते उन्हां दी घर वालियां ना वोट पाउण। सो इस लई
ਇਸ ਲਈ ਇਹ ਚੀਜ਼ਾਂ ਕਿ ਕਹਿੰਦੇ ਨੇ ਇਰੈਲੇਵੈਂਟ ਨੇ। ਬੁਨਿਆਦੀ ਗੱਲ ਇਹ ਹੈ ਕਿ ਪੰਜਾਬ ਦੀਆਂ ਜਿਹੜੀਆਂ ਚੁਣੌਤੀਆਂ ਨੇ ਉਹ ਪੰਜਾਬ ਦੀਆਂ ਚੁਣੌਤੀਆਂ ਬਹੁਤ ਵੱਡੀਆਂ ਨੇ। ਔਰ ਜਦੋਂ ਮੈਂ ਸਿਆਸਤ ਨੂੰ ਵੇਖਦਾ ਹੈਗਾ, ਮੈਂ ਇਹ ਨਹੀਂ ਵੇਖਦਾ ਹੈਗਾ ਕਿ ਮੈਂ ਕੀ ਬਣ ਰਿਹਾ ਹੈਗਾ ਜਾਂ ਕੱਲ ਨੂੰ ਮੈਂ ਕੀ ਬਣੂੰਗਾ। ਮੈਂ ਇਹ ਵੇਖਦਾ ਹੈਗਾ ਕਿ ਸਾਡੇ ਸੂਬੇ ਦਾ ਕੀ ਬਣੂਗਾ। ਤਾਂ ਇਸ ਲਈ ਮੇਰੀ ਸੋਚ ਦੇ ਵਿੱਚ, ਔਰ ਤੁਸੀਂ ਮੈਨੂੰ ਸਾਰੇ 2004 ਤੋਂ ਜਾਣਦੇ ਹੋ, ਮੇਰੀ ਜਿਹੜੀ ਸੋਚ ਹੈ ਸਿਆਸਤ ਪ੍ਰਤੀ ਉਹ ਮੁੱਦਿਆਂ ਦੀ ਸਿਆਸਤ ਹੈ, ਵਿਅਕਤੀਆਂ ਦੀ ਸਿਆਸਤ ਨਹੀਂ ਹੈ। ਤਿਵਾੜੀ ਸਾਹਿਬ ਇੱਕ ਕਹਿੰਦੇ ਆ ਕਿ ਸ਼ਾਇਦ ਤੁਹਾਨੂੰ ਆਫਰ ਜਿਹੜੇ ਸਾਡੇ ਕੈਪਟਨ ਸਾਹਿਬ ਹੈ ਉਹਨਾਂ ਨਾਲ ਬੜੀ ਨਜ਼ਦੀਕੀ ਹੈ ਤੁਹਾਡੀ, ਕਹਿੰਦੇ ਉਹਨਾਂ ਨੇ ਉੱਧਰ ਪਾਰਟੀ ਬਣਾਉਣ ਤੋਂ ਬਾਅਦ ਤੁਹਾਨੂੰ ਆਫਰ ਕੀਤੀ ਸੀਗੀ ਕਿ ਭਾਈ ਇੱਧਰ ਆ ਜਾ, ਮੇਰੇ ਨਾਲ ਤੈਨੂੰ ਸੀਐਮ ਦਾ ਚਿਹਰਾ ਬਣਵਾ ਦੇਣਾ ਪੰਜਾਬ ਦਾ। ਪੁੱਛ ਰਿਹਾ ਸ਼ਾਇਦ ਇੱਦਾਂ ਦੀ ਆਫਰ ਹੋਈ। ਇੱਦਾਂ ਹੈ ਕਿ ਅੱਜ ਲੱਗਦਾ ਕਿ ਜਿਹੜਾ ਹਰ ਰਿਊਮਰ ਚੱਲਦਾ ਹੈਗਾ ਉਹਦਾ ਮੈਨੂੰ ਜਵਾਬ ਦੇਣ ਦੀ ਲੋੜ ਪੈ ਰਹੀ ਹੈ। ਸੋ ਜੋ ਮੈਂ ਤੈਨੂੰ ਖਾਸ ਜਵਾਬ ਦੇ ਦਿੰਦਾ। ਦੇਖੋ, ਕੈਪਟਨ ਸਾਹਿਬ ਨਾਲ ਸਾਡੀ ਕੱਲ੍ਹ ਵੀ ਰਿਲੇਸ਼ਨਸ਼ਿਪ ਸੀ, ਅੱਜ ਵੀ ਰਿਲੇਸ਼ਨਸ਼ਿਪ ਹੈ ਔਰ ਕੱਲ੍ਹ ਵੀ ਰਿਲੇਸ਼ਨਸ਼ਿਪ ਰਹੂ। ਕੈਪਟਨ ਸਾਹਿਬ ਦੀ ਜਿੰਨੀ ਰਿਸਪੈਕਟ ਮੈਂ ਕੱਲ੍ਹ ਕਰਦਾ ਸੀ ਉਨੀ ਅੱਜ ਕਰਦਾ ਔਰ ਉਨੀ ਕੱਲ੍ਹ ਕਰੂੰਗਾ। ਸੋ ਉਹ ਗੱਲ ਜੁਦੀ ਹੈ। ਜਿੱਥੇ ਤੱਕ ਮੇਰੀ ਪੋਲੀਟਿਕਸ ਦਾ ਸਵਾਲ ਹੈ, ਮੈਂ ਕਾਂਗਰਸ ਪਾਰਟੀ ਵਾਸਤੇ ਆਪਣੇ ਲੋਕ ਸਭਾ ਹਲਕੇ 'ਚ, ਆਪਣੇ ਲੋਕ ਸਭਾ ਹਲਕੇ ਤੋਂ ਬਾਹਰ ਜਿੱਥੇ ਕੋਈ ਬੁਲਾਉਂਦਾ ਹੈਗਾ 1 ਫਰਵਰੀ ਤੋਂ ਪ੍ਰਚਾਰ ਕਰ ਰਿਹਾ। ਔਰ ਇਹ ਗੱਲ ਬਿਲਕੁਲ ਗਲਤ ਹੈਗੀ ਹੈ ਕਿ ਕੈਪਟਨ ਸਾਹਿਬ ਨੇ ਕਦੇ ਮੈਨੂੰ ਕੋਈ ਇਹੋ ਜਿਹੀ ਆਫਰ ਦਿੱਤੀ ਸੀਗੀ, ਨਾ ਕੈਪਟਨ ਸਾਹਿਬ ਨੇ ਕੋਈ ਇਹੋ ਜਿਹੀ ਕਦੇ ਗੱਲ ਕੀਤੀ ਸੀਗੀ ਔਰ ਨਾ ਇਹੋ ਜਿਹੀ ਕੋਈ ਗੱਲ ਹੋਈ। ਹਾਂ, ਕੈਪਟਨ ਸਾਹਿਬ ਚੀਫ ਮਿਨਿਸਟਰ ਤੋਂ ਲੱਥਣ ਬਾਅਦ ਮੇਰੀ ਕਹਿ ਕੇ ਇਹਨਾਂ ਨੇ ਕਈ ਵਾਰ ਉਹਨਾਂ ਨਾਲ ਮੁਲਾਕਾਤ ਹੋਈ ਹੈ। ਮੇਰੀ ਗੱਲਬਾਤ ਕੈਪਟਨ ਸਾਹਿਬ ਨਾਲ ਅੱਜ ਵੀ ਹੁੰਦੀ ਹੈਗੀ ਹੈ, ਮੈਂ ਇਸ ਗੱਲ ਤੋਂ ਇਨਕਾਰ ਨਹੀਂ ਕਰਦਾ। ਪਰ ਮੇਰੇ ਜਿਹੜੇ ਪਰਸਨਲ ਰਿਲੇਸ਼ਨਸ਼ਿਪਸ ਨੇ ਔਰ ਮੇਰੀ ਜਿਹੜੀ ਪੋਲੀਟਿਕਸ ਹੈ ਉਹ ਵੱਖ ਹੈ। ਦੇਖੋ, ਮੈਂ ਉਹਨਾਂ ਵਰਗਾ ਨਹੀਂ ਹੈਗਾ ਜਿਹੜੇ ਉਹਨਾਂ ਦੇ ਕੈਬਨਿਟ ਕੋਲੀਗ ਸੀਗੇ ਔਰ ਬਾਅਦ 'ਚ ਉਹਨਾਂ ਨੂੰ ਗੱਜ-ਗੱਜ ਲੰਬੀਆਂ ਗਾਲਾਂ ਕੱਢਣੀਆਂ ਸ਼ੁਰੂ ਕਰਤੀਆਂ। ਮੇਰੀ ਉਹ ਪੋਲੀਟਿਕਸ ਨਹੀਂ ਹੈਗੀ ਹੈ ਔਰ ਨਾ ਹੀ ਕਹਿ ਕੇ ਮੇਰਾ ਉਹ ਕਿਰਦਾਰ ਹੈ। ਆਈ ਬਿਲੀਵ ਇਨ ਦ ਪੋਲੀਟਿਕਸ ਆਫ ਇਸ਼ੂਜ਼ ਐਂਡ ਆਈ ਬਿਲੀਵ ਇਨ ਦ ਪੋਲੀਟਿਕਸ ਆਫ ਆਈਡੀਓਲੋਜੀ। ਤਾਂ ਤੁਸੀਂ ਅੱਜ ਉਹੀ ਕੈਬਨਿਟ ਦੇ ਮਿਨਿਸਟਰਾਂ ਲਈ ਕਰ ਰਹੇ ਹੋ ਕਾਂਗਰਸ 'ਚ ਰਹਿ ਕੇ। ਦੇਖੋ, ਮੈਂ ਕਾਂਗਰਸ ਪਾਰਟੀ ਦੀ ਵਿਚਾਰਧਾਰਾ ਲਈ ਪ੍ਰਚਾਰ ਕਰਦਾ ਹੈਗਾ, मैं किसी व्यक्ति विशेष लिए प्रचार नहीं करता है। हाँ। एक बड़ी अजीब सी चीज़ इस इलेक्शन में देखने को मिली है, चाहे वो मिस्टर खैरा की स्टेटमेंट थी जहाँ दिल्ली वालों को भैया कह देना, चाहे उसके बाद सिद्धू साहब ने माफ़ी मांगी और कल चन्नी साहब ने स्टेज से प्रियंका जी की प्रेजेंस में ये कह रहे हैं पंजाब दिनों हैगी है, दिल्ली आए भैया वर्ड यूज़ किया कि नहीं है। इसको आप कितना क्या अप्रिशिएट करते हो? उसको कांग्रेस विद द काइंड ऑफ पास्ट एंड हिस्ट्री दैट वी टॉक अबाउट and the dignity that we give to its ideology of secularism, how do you see this such state? देखो, इतना है कि जे ये पंजाब दी इलेक्शन कुछ दर्शांदी है, if it sends out any message, the message it sends out is that there has been a death of ideology. There has been a death of ideology. ਹੁਣ ਤੁਸੀਂ ਲੁਧਿਆਣਾ ਲੈ ਲਓ, ਗੋਗੀ ਕਾਂਗਰਸੀ, ਪੱਪੀ ਪ੍ਰਾਸ਼ਰ ਕਾਂਗਰਸੀ, ਕੁਲਵੰਤ ਸਿੱਧੂ ਕਾਂਗਰਸੀ, ਬੱਗਾ ਕਾਂਗਰਸ 'ਚ ਰਿਹਾ। ਠੀਕ ਹੈ, ਜੇ ਤੁਸੀਂ ਆਮ ਆਦਮੀ ਪਾਰਟੀ ਦੇ 117 ਕੈਂਡੀਡੇਟ ਚੱਕੋ, ਉਹਨਾਂ ਤੋਂ 80 ਚੋਂ 90 ਤਾਂ ਤੁਹਾਨੂੰ ਕਾਂਗਰਸੀ ਲੱਭ ਜਾਣਗੇ। ਦੂਸਰਾ, ਉਹੀ ਹਾਲ ਬੀਜੇਪੀ ਦਾ ਹੈ। ਹੁਣ ਜਗਮੋਹਨ ਸ਼ਰਮਾ ਜੀ ਕੌਣ ਨੇ? ਸਾਡੇ ਜ਼ਿਲ੍ਹਾ ਪ੍ਰਧਾਨ ਸੀਗੇ ਲੁਧਿਆਣੇ ਦੇ। ਤੇ ਮੈਂ ਕਿਸ ਨੂੰ ਹੱਸਦਾ ਸੀਗਾ ਕਿ ਖੁਦਾ ਨਾ ਖਾਸਤਾ ਵੈਸੇ ਤਾਂ ਹੋਣਾ ਨਹੀਂ ਹੈਗਾ, ਜੇ ਕਿਤੇ ਇਹਨਾਂ ਦਾ ਦੜਾ ਸੱਟਾ ਲੱਗ ਗਿਆ ਉਹ ਸਰਕਾਰ ਤਾਂ ਫਿਰ ਵੀ ਕਾਂਗਰਸ ਦੀ ਬਣ ਰਹੀ ਹੈ। ਇਹ ਇੱਦਾਂ ਹੈ ਕਿ ਉਧਰ ਵੀ ਤਾਂ ਸਾਰੇ ਉਹੀ ਨੇ। ਮੈਨੂੰ ਨਹੀਂ ਪਤਾ ਬੇਟੂ ਨੇ ਕੀ ਕਿਹਾ ਹੈ ਕਿ ਨਹੀਂ ਕਿਹਾ ਹੈਗਾ, ਪਰ ਜਦੋਂ ਤੁਸੀਂ ਵੇਖੋ ਤਾਂ ਤੁਹਾਨੂੰ ਹਰ ਪਾਸੇ ਕਾਂਗਰਸੀ ਦਿਖਦੇ ਨੇ। It's be it at the national level, and now you yourself voted in Punjab. Why is it that only congressmen are leaving in such large number and joining other parties? देखो ਇੱਦਾਂ ਹੈ ਕਿ ਜਦੋਂ ਵਿਚਾਰਧਾਰਾ ਦੀ ਮੌਤ ਹੁੰਦੀ ਹੈ ਔਰ ਅਫਸਰਵਾਦ ਦੀ ਸਿਆਸਤ ਹਾਵੀ ਹੋ ਜਾਂਦੀ ਹੈ, ਜਦੋਂ ਬੰਦਾ ਵਿਚਾਰਾਂ ਨਾਲ ਨਹੀਂ ਜੁੜਿਆ ਹੁੰਦਾ ਪਰ ਆਪਣੀ ਮਹੱਤਵਾਕਾਂਖਿਆ ਨਾਲ ਜੁੜਿਆ ਹੁੰਦਾ ਹੈਗਾ, ਫਿਰ ਜਿੱਥੇ ਉਹਨੂੰ ਥਾਂ ਲੱਭਦੀ ਉੱਥੇ ਚਲਾ ਜਾਂਦਾ। ਔਰ ਮੈਂ ਉਹਨਾਂ ਨੂੰ ਦੋਸ਼ ਨਹੀਂ ਦੇਣਾ ਚਾਹੁੰਦਾ ਹੈਗਾ। ਇਸ ਮੁਲਕ ਦੇ ਵਿੱਚ ਕਈ ਦਸ਼ਕਾਂ ਤੋਂ ਜਿਹੜੀ ਵਿਚਾਰਾਤਮਕ ਸਿਆਸਤ ਹੈਗੀ ਹੈ, ਉਸ ਵਿਚਾਰਾਤਮਕ ਸਿਆਸਤ ਦੇ ਵਿੱਚ
बहुत ज़्यादा गिरावट आई है, बहुत कमी आई है। पंजाब ਦੇ ਵਿੱਚ ਕਿਉਂਕਿ ਇੱਕ ਸਿੱਧੀ ਲੜਾਈ ਸੀਗੀ ਅਕਾਲੀ ਦਲ ਭਾਜਪਾ ਔਰ ਕਾਂਗਰਸ ਦੇ ਵਿੱਚ, ਤਾਂ ਇਹ ਇੰਨੇ ਵਰਿਆਂ ਤੱਕ ਲੱਗਦਾ ਰਿਹਾ ਕਿ ਇੱਥੇ ਵਿਚਾਰਾਤਮਕ ਸਿਆਸਤ ਜ਼ਿੰਦਾ ਹੈ। ਪਰ ਜਦੋਂ ਸਪੇਸ ਖੁੱਲੀ ਤਾਂ ਯੂ ਫਾਊਂਡ ਕਿ ਪੰਜਾਬ ਦੀ ਜਿਹੜੀ ਸਿਆਸਤ ਹੈ ਉਹ ਕੋਈ ਬਾਕੀ ਸੂਬਿਆਂ ਤੋਂ ਵੱਖ ਨਹੀਂ ਹੈਗੀ, ਔਰ ਇਹ ਕਿਸੇ ਵੀ ਮੁਲਕ ਵਾਸਤੇ ਇੱਕ ਬਹੁਤ ਹੀ ਚਿੰਤਾ ਦਾ ਵਿਸ਼ੇ ਹੈ ਕਿ ਜੇ ਪੋਲਿਟਿਕਸ ਆਫ ਆਈਡੀਓਲੋਜੀ unfortunately gets consigned to the grave, it's a matter of great concern. सर पप्पी लहरी के बारे में कॉन्फ्रेंस, पप्पी लहरी जी की डेथ हो गई है, सब बहुत बड़े देखो वो तो बहुत ही मनभागी गल है, दुर्भाग्यपूर्ण बात है, और हम अपनी सांत्वना व्यक्त करते हैं। मैं पूर्व सूचना और प्रसारण मंत्री के नाते उनके परिवार को अपनी भावभीनी श्रद्धांजलि देता हूँ। देखो इतना है, किसी की भी मौत होती है मनभागी गल है, और ਅਸੀਂ ਸਾਰਿਆਂ ਨੂੰ ਸ਼ਰਧਾਂਜਲੀ ਦਿੰਦੇ ਹਾਂ। How you will define the personality of Mr. Kejriwal? देखो इतना है, मैं ਤੁਹਾਨੂੰ ਪਹਿਲੇ ਕਿਹਾ ਕਿ ਮੇਰੇ ਵਾਸਤੇ ਪੋਲਿਟਿਕਸ ਇਜ਼ ਇਸ਼ੂਜ਼, ਪੋਲਿਟਿਕਸ ਇਜ਼ ਨਾਟ ਪਰਸਨੈਲਿਟੀਜ਼, ਐਂਡ ਅਲਟੀਮੇਟਲੀ ਅਨਫੋਰਚੂਨੇਟਲੀ ਇਨ ਆਰ ਹਿੰਦੁਸਤਾਨ ਦੇ ਕੌਂਟੈਕਸਟ ਦੇ ਵਿੱਚ ਅਸੀਂ ਓਵਰ ਐਮਫੈਸਿਸ ਪਰਸਨੈਲਿਟੀ ਨੂੰ ਦੇਣਾ ਸ਼ੁਰੂ ਕਰਦੇ। ਹੁਣ SYL ਦੀ ਗੱਲ ਹੋਈ ਹੈ, ਹੁਣ SYL ਪੰਜਾਬ ਦੇ ਅਗਰ ਤੁਸੀਂ ਪਿਛੋਕੜ ਦੇ ਵੱਲ ਨਜ਼ਰ ਪਾਓ ਤਾਂ SYL ਇੰਨਾ ਜ਼ਿਆਦਾ ਇਮੋਟਿਵ ਇਸ਼ੂ ਹੈ, ਔਰ ਇਹਨਾਂ ਇਸ਼ੂਜ਼ ਨੂੰ ਡੀਪਲੀ ਸਮਝਣ ਦੀ ਲੋੜ ਹੈਗੀ ਹੈ, ਕਿਉਂਕਿ ਜਦੋਂ ਇਸ 'ਤੇ ਕੋਈ ਖਤਾ ਖਾਂਦਾ ਹੈਗਾ ਤਾਂ ਉਹ ਉਰਦੂ ਦਾ ਸ਼ੇਰ ਹੈ कि वक्त की आंखों ने वो फलक भी देखे हैं कि लम्हों ने गलती की और सदियों ने सज़ा पाई है। पंजाब फिर बहुत बड़ा ख्यामयाजा भुगतता है। I am taking you back. So many people leaving Congress. Is there something as a cause of concern for Congress too? As a party, they should. Of course it is. Of course it is. We've said this publicly, not once. We've said it publicly now for going back to the August of 2020 when we wrote that letter, and we have said that these are issues which need to be debated and deliberated upon, and that's a separate cause that we continue to pursue. But concurrently, we are also concerned about the future of the country, about the future of the Congress party, about the future of Punjab, and therefore I decided to hold this press conference in order to appeal to the people of Punjab to vote decisively and to vote in the larger interests of the state. ਹਾਂਜੀ ਤੁਸੀਂ ਫ੍ਰੀ ਦਾ ਪੁੱਛ ਰਹੇ ਸੀਗੇ? ਕਹਿੰਦੇ ਫ੍ਰੀ ਦਾ ਬਹੁਤ ਵੰਡ ਰਹੇ ਸਾਰੇ ਫ੍ਰੀ ਦੀ ਰਾਜਨੀਤੀ ਹੋ ਰਹੀ, ਲੋਕ ਹਰੇਕ ਚੀਜ਼ ਕਹਿੰਦੇ ਫ੍ਰੀ ਦੇ ਦਾਂਗੇ, ਹਰੇਕ ਪਾਰਟੀ ਇਹੀ ਨਾਰਾ ਲਗਾ ਰਹੀ ਹੈ। ਕੋਈ ਸਿਲੰਡਰ ਕੋਈ ਗੱਲ ਨਹੀਂ, 21 ਫਰਵਰੀ ਨੂੰ ਬਿਆਨ ਆ ਜਾਊਗਾ ਕਿ ਪੰਜਾਬ ਦੀ ਮਾਲੀ ਹਾਲਤ ਇਹ ਸਭ ਚੀਜ਼ ਦੀ ਇਜਾਜ਼ਤ ਨਹੀਂ ਦਿੰਦੀ ਹੈਗੀ। ਤੁਸੀਂ ਕਹਿ ਕੇ ਨੇ 21 ਫਰਵਰੀ ਨੂੰ ਸਾਡੀ ਪਾਰਟੀਆਂ ਦਾ ਬਿਆਨ ਆ ਜਾਊਗਾ ਕਿ ਪੰਜਾਬ ਦੀ ਮਾਲੀ ਹਾਲਤ। ਦੇਖੋ ਪੰਜਾਬ ਦੇ 5 ਵੱਡੇ ਮੁੱਦੇ ਕਿਹੜੇ ਨੇ ਜਿਹੜੇ ਇਸ ਚੋਣ 'ਚੋਂ ਬਿਲਕੁਲ ਗੁੰਮ ਨੇ। ਸਭ ਤੋਂ ਪਹਿਲਾਂ ਪੰਜਾਬ ਦੇ ਸਿਰ ਤੇ 3 ਲੱਖ ਕਰੋੜ ਰੁਪਏ ਦਾ ਕਰਜ਼ਾ। ਦੂਸਰਾ 84% ਪੰਜਾਬ ਦੀ ਕਿਸਾਨੀ ਕੋਲ 3 ਤੋਂ 5 ਏਕੜ ਤੋਂ ਘੱਟ ਜ਼ਮੀਨ ਹੈਗੀ ਹੈ। ਅੱਜ ਪੰਜਾਬ ਦੇ ਵਿੱਚ ਕਿਸਾਨੀ ਇੱਕ ਅਨਪ੍ਰੋਡਕਟਿਵ ਔਰ ਜਾਂ ਅਨਇਕਨੋਮਿਕਲ ਆਕਿਊਪੇਸ਼ਨ ਹੋ ਗਈ ਹੈ। ਤੀਜਾ ਪੰਜਾਬ ਦਾ ਜਿਹੜਾ ਅੰਡਰਗਰਾਊਂਡ ਵਾਟਰ ਹੈ ਉਹ ਪਿਛਲੇ 30 ਵਰਿਆਂ ਤੋਂ 1 ਮੀਟਰ ਦੀ ਰਫ਼ਤਾਰ ਨਾਲ ਹਰ ਸਾਲ ਗਿਰਦਾ ਰਿਹਾ ਹੈਗਾ। ਜਿੱਥੇ 6 ਫੁੱਟ ਤੇ ਪਾਣੀ ਲੱਭਦਾ ਸੀਗਾ, ਆ ਸਾਡਾ ਪਿੰਡ ਹੈਗਾ ਮੇਰੇ ਨਾਨੀ ਜੀ ਦਾ ਦਬੁਰਜੀ, ਜਦੋਂ ਇਹ ਛੋਟੇ ਹੁੰਦੇ ਸੀਗੇ ਉੱਥੇ 6 ਫੁੱਟ ਤੇ ਪਾਣੀ ਲੱਭਦਾ ਸੀਗਾ, ਅੱਜ 600 ਫੁੱਟ ਤੇ ਪਾਣੀ ਨਹੀਂ ਲੱਭਦਾ ਹੈਗਾ। ਚੌਥਾ ਪੰਜਾਬ ਸਭ ਤੋਂ ਵੱਡੀ ਇੰਡਸਟਰੀ ਕਿਹੜੀ ਹੈ? ਆਈਲੈਟਸ। ਇੱਥੇ ਤਾਂ ਲੁਧਿਆਣੇ ਘੱਟ ਹੈਗਾ, ਤੁਸੀਂ ਉੱਧਰ ਮੇਰੇ ਹਲਕੇ ਵੱਲ ਜਾ ਕੇ ਵੇਖੋ, ਪਿੰਡ ਦੇ ਪਿੰਡ ਖਾਲੀ ਹੋਏ ਪਏ ਨੇ। ਜਿੰਨੇ ਮੁੰਡੇ ਨੇ ਕੁੜੀਆਂ ਨੇ ਉਹ ਇਮਤਿਹਾਨ ਦੇ ਕੇ ਬਾਹਰ ਜਾਣਾ ਚਾਹੁੰਦੇ ਨੇ, ਰਾਈਟ। ਉਸ ਤੋਂ ਵੱਡਾ ਪੰਜਵਾਂ ਜਿਹੜਾ ਮੁੱਦਾ ਹੈਗਾ ਪੰਜਾਬ ਦੇ ਵਿੱਚ ਮੈਨੂਫੈਕਚਰਿੰਗ ਇੰਡਸਟਰੀ ਔਰ ਟ੍ਰੇਡ, ਬਿਕੋਜ਼ ਪੰਜਾਬ ਟੇਲ ਐਂਡ ਤੇ ਹੈ, ਕਦੇ ਉਹਨਾਂ ਵਿਕਾਸ ਨਹੀਂ ਕਰ ਸਕੂਗੀ। ਪਰ ਜਿਹੜਾ 4th ਇੰਡਸਟਰੀਅਲ ਰੈਵੋਲੂਸ਼ਨ ਆਇਆ ਹੈ, ਜੀਨੋਮਿਕਸ ਦਾ, ਆਰਟੀਫਿਸ਼ੀਅਲ ਇੰਟੈਲੀਜੈਂਸ ਦਾ, ਰੋਬੋਟਿਕਸ ਦਾ, ਜੇ ਤੁਸੀਂ ਕਹਿ ਕਹਿੰਦੇ ਉਹਨੂੰ ਹਾਰਨੈਸ ਨਹੀਂ ਕਰੋਗੇ ਤਾਂ ਪੰਜਾਬ ਦਾ ਭਵਿੱਖ ਨਹੀਂ ਸਵਾਰ ਸਕੋਗੇ। ਸੋ ਇਹ ਜਿਹੜੇ ਪੰਜਾਬ ਦੇ ਵੱਡੇ ਮੁੱਦੇ ਨੇ ਕਿ ਪੰਜਾਬ ਦਾ ਅਗਲੇ 20 ਵਰਿਆਂ ਵਾਸਤੇ ਭਵਿੱਖ ਕਿਵੇਂ ਸੁਧਰਨਾ ਹੈਗਾ, ਇਹ ਤਾਂ ਪੰਜਾਬ ਦੇ ਚੋਣ ਪ੍ਰਚਾਰ ਦੇ ਵਿੱਚ ਕੋਈ ਵੀ ਨਹੀਂ ਗੱਲ ਕਰ ਰਿਹਾ ਹੈਗਾ।
ਔਰ ਜਿੱਥੇ ਤੱਕ ਰਹੀ ਫ੍ਰੀ ਦੀ ਗੱਲ, ਆ ਜਿੰਨੇ ਫ੍ਰੀ ਦੀ ਗੱਲ ਕਰਦੇ ਨੇ ਇਹਨਾਂ ਨੂੰ ਜਾ ਕੇ ਇੱਕ ਸਵਾਲ ਪੁੱਛੋ ਕਿ ਬਈ ਆ ਜਿਹੜਾ 3 ਲੱਖ ਕਰੋੜ ਰੁਪਏ ਦਾ ਕਰਜ਼ਾ ਹੈ ਪੰਜਾਬ ਦੇ ਸਿਰ ਤੇ, ਇਹਨੂੰ ਇਹਨੂੰ ਕਿਵੇਂ ਪੂਰਾ ਕਰੋਗੇ? क्या मोदी जी का दौरा 2 दिन का, कल का आज का भी है। 2 दिन लगातार मोदी जी रैलियां कर रहे हैं पंजाब में, फायदा मतलब बीजेपी को फायदा होगा। ਐਦਾਂ ਹੈ, ਪਹਿਲੇ ਵੀ ਉਹਨਾਂ ਨੇ ਕਰਕੇ ਗਏ ਨੇ, ਹੁਣ ਵੀ ਕਰ ਰਹੇ ਨੇ, ਅੱਗੇ ਵੀ ਕਰਦੇ ਰਹਿਣਗੇ। ਚੋਣ ਪ੍ਰਚਾਰ ਕਰਨਾ ਤਾਂ ਹਰ ਆਦਮੀ ਦਾ ਹੱਕ ਹੈਗਾ। ਚਲੋ ਆਓ ਚਾਹ ਪੀਏ। 2022 ਦੇ ਨਤੀਜੇ ਕਿਸ ਤਰ੍ਹਾਂ ਦੇ ਰਹਿਣਗੇ ਕਾਂਗਰਸ ਲਈ? ਕੀ 2022 ਦੇ ਨਤੀਜੇ ਕਾਂਗਰਸ ਲਈ ਕਿਸ ਤਰ੍ਹਾਂ ਦੇ? ਕੀ ਦੁਬਾਰਾ ਮੈਂਡੇਟ ਦੇਊਗੀ? ਮੈਂ ਕੋਈ ਜੋਤਿਸ਼ PhD ਨਹੀਂ ਕੀਤੀ ਹੈਗੀ ਹੈ, ਪਰ ਮੈਂ ਜ਼ਰੂਰ ਇਹ ਗੱਲ ਕਹਿਣਾ ਚਾਹੂੰਗਾ ਕਿ ਦੇਖੋ ਹਰ ਸਿਆਸੀ ਪਾਰਟੀ ਆਪਣੀ ਜਿਹੜੀ ਆਈਡੀਓਲੋਜੀ ਹੈ, ਆਪਣੇ ਜਿਹੜੇ ਕੰਮ ਨੇ ਉਹ ਲੋਕਾਂ ਕੋਲੇ ਲੈ ਕੇ ਜਾਂਦੀ ਹੈਗੀ ਹੈ, ਔਰ ਫਿਰ ਲੋਕਾਂ ਦੀ ਕਚਹਿਰੀ 'ਚ ਹਾਜ਼ਰ ਹੁੰਦੀ ਹੈ ਔਰ ਲੋਕੀ ਫੈਸਲਾ ਕਰਦੇ ਨੇ, ਔਰ ਜੋ ਫੈਸਲਾ ਲੋਕੀ ਕਰਨਗੇ ਉਹ ਸਾਰਿਆਂ ਨੂੰ ਮਨਜ਼ੂਰ ਹੋਊਗਾ। ਥੈਂਕ ਯੂ।